ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਮੈਂ ਤੁਹਾਡੀ ਪੰਜਾਬੀ ਦੀ ਅਧਿਆਪਕਾ ਸੀਮਾ ਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਪੰਜਾਬੀ ਪਾਠ ਪੁਸਤਕ 7ਵੀਂ ਜਮਾਤ ਦੂਜੀ ਭਾਸ਼ਾ, ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਛਾਪੀ ਗਈ ਹੈ ਪੁਸਤਕ। ਉਸ ਦਾ ਪਾਠ ਦੂਜਾ, ਜੰਗਲਾਂ ਦੇ ਲਾਭ, ਤੇ ਇਸ ਦੇ ਲੇਖਕ ਨੇ ਬਲਵੰਤ ਗਾਰਗੀ। ਆਪਾਂ ਇਸ ਦਾ ਪਹਿਲਾ ਭਾਗ ਕਰ ਚੁੱਕੇ ਹਾਂ। ਉਹਦੇ ਵਿੱਚ ਆਪਾਂ ਨੇ ਇਸ ਦਾ ਪਾਠ ਨੂੰ ਪੜ੍ਹਿਆ, ਸੁਣਿਆ, ਸਮਝਿਆ ਤੇ ਅੱਜ ਅਸੀਂ ਇਸ ਦੇ ਪਾਠ ਅਭਿਆਸ ਨੂੰ ਹੱਲ ਕਰਨ ਜਾ ਰਹੇ ਹਾਂ। ਪਾਠ ਅਭਿਆਸ ਨੂੰ ਹੱਲ ਕਰਨ ਤੋਂ ਪਹਿਲਾਂ ਆਪਾਂ ਇਸ ਲੇਖ ਨੂੰ ਸੁਣਦੇ ਹਾਂ ਸਾਰ ਰੂਪ ਦੇ ਵਿੱਚ। ਜੰਗਲ ਜਿਹੜੇ ਨੇ ਉਹ ਕੁਦਰਤੀ ਦੇਣ ਨੇ। ਜੰਗਲ ਸਾਡੀ ਹਵਾ ਨੂੰ ਸ਼ੁੱਧ ਕਰਦੇ ਹਨ। ਜਿਵੇਂ ਖੂਨ ਸਾਫ਼ ਕਰਨ ਦੇ ਲਈ ਸਾਡੇ ਸਰੀਰ ਨੂੰ ਫੇਫੜਿਆਂ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਵਾਯੂਮੰਡਲ ਨੂੰ ਸਾਫ਼ ਰੱਖਣ ਦੇ ਲਈ ਤੇ ਸ਼ੁੱਧ ਰੱਖਣ ਦੇ ਲਈ ਜੰਗਲਾਂ ਦੀ ਲੋੜ ਹੁੰਦੀ ਹੈ। ਜੰਗਲਾਂ ਦੀ ਸੁੰਦਰਤਾ ਜਿਹੜੀ ਹੈ, ਜੰਗਲਾਂ ਦੀ ਸੁੰਦਰਤਾ ਦੇ ਸ਼ਾਨਦਾਰ ਨਜ਼ਾਰੇ ਮਨੁੱਖ ਦੇ ਲਈ ਹਮੇਸ਼ਾ ਖਿੱਚ ਦੇ ਕੇਂਦਰ ਬਣੇ ਹੋਏ ਹਨ। ਇਹ ਨਜ਼ਾਰੇ ਮਨੁੱਖੀ ਮਨ ਨੂੰ ਖੁਸ਼ੀ ਪ੍ਰਦਾਨ ਕਰਦੇ ਹਨ। ਤੁਸੀਂ ਜਾਣਦੇ ਹੀ ਹੋ ਸ਼੍ਰੀ ਰਾਮ ਚੰਦਰ ਜੀ ਤੇ ਮਹਾਤਮਾ ਬੁੱਧ ਜੀ ਬਾਰੇ। ਉਹਨਾਂ ਨੇ ਆਪਣੀ ਜ਼ਿੰਦਗੀ ਦਾ ਕਾਫੀ ਲੰਬਾ ਅਰਸਾ ਇਹਨਾਂ ਜੰਗਲਾਂ ਦੇ ਵਿੱਚ ਹੀ ਬਿਤਾਇਆ। ਆਧੁਨਿਕ ਸਮੇਂ ਦੇ ਵਿੱਚ ਇੰਨੇ ਵੱਡੇ ਜੰਗਲ ਦੇ ਏਰੀਏ ਨੂੰ ਦੇਖ ਕੇ ਮਨੁੱਖ ਇਹ ਮਹਿਸੂਸ ਕਰਨ ਲੱਗ ਪਿਆ ਕਿ ਇਹ ਕੁਦਰਤ ਦਾ ਐਡਾ ਵੱਡਾ ਟੋਟਾ ਜਿਹੜਾ ਪਿਆ ਹੈ ਉਹ ਬਿਲਕੁਲ ਬੇਕਾਰ ਪਿਆ ਹੈ। ਇਸੇ ਲਈ ਉਹਨਾਂ ਨੇ ਜੰਗਲਾਂ ਨੂੰ ਕੱਟਣਾ ਆਰੰਭ ਕਰ ਦਿੱਤਾ ਤੇ ਜੰਗਲ ਦੀ ਕਾਫੀ ਜ਼ਿਆਦਾ ਜ਼ਮੀਨ ਨੂੰ ਅੰਨ ਦੇ ਹੇਠ ਸੰਕਟ ਨੂੰ ਦੂਰ ਕਰਨ ਦੇ ਲਈ ਉੱਥੇ ਖੇਤੀਬਾੜੀ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਇਸ ਦਾ ਮਾਰੂ ਅਸਰ ਮਨੁੱਖ ਨੂੰ ਸਮੇਂ ਪੈਣ ਤੇ ਝੇਲਣਾ ਪਿਆ, ਜਿਸ ਦੇ ਨਾਲ ਮੀਂਹ ਪੈਣੇ ਘਟ ਗਏ ਅਤੇ ਧਰਤੀ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਸੀ ਉਹ ਘਟਦਾ ਚਲਾ ਗਿਆ। ਹੁਣ ਮਨੁੱਖ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਣ ਲੱਗਾ ਤੇ ਇਸ ਦੀ ਸਜ਼ਾ ਉਸ ਨੂੰ ਭੁਗਤਣੀ ਪੈ ਰਹੀ ਹੈ। ਜੰਗਲ ਕਿਸੇ ਵੀ ਦੇਸ਼ ਦੀ ਮਹਾਨ ਪੂੰਜੀ ਹੁੰਦੇ ਹਨ। ਸਰਕਾਰ ਹੁਣ ਇਸ ਗੱਲ ਨੂੰ ਸਮਝ ਗਈ ਹੈ। ਇਸੇ ਕਰਕੇ ਹੀ ਹੁਣ ਰੁੱਖ ਲਾਉਣ ਦੇ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਵਾਸਤੇ ਮਨ ਮਹਾ ਉਤਸਵ ਵਰਗੇ ਪ੍ਰੋਗਰਾਮ ਵੀ ਚਲਾਏ ਜਾ ਰਹੇ ਨੇ। ਜੰਗਲ ਮਨੁੱਖ ਜਾਤੀ ਦੇ ਲਈ ਬਹੁਤ ਲਾਭਦਾਇਕ ਹਨ। ਇਹ ਨਾ ਕੇਵਲ ਪ੍ਰਦੂਸ਼ਣ ਨੂੰ ਘੱਟ ਕਰਦੇ ਹਨ, ਸਗੋਂ ਇਸ ਦੀ ਲੱਕੜ ਤੋਂ ਮਨੁੱਖ ਦੀਆਂ ਕਈ ਲੋੜਾਂ ਵੀ ਪੂਰੀਆਂ ਹੁੰਦੀਆਂ ਹਨ। ਜਿਵੇਂ ਘਰਾਂ ਦੇ ਵਿੱਚ ਪ੍ਰਯੋਗ ਹੋਣ ਵਾਲਾ ਸਮਾਨ, ਕੁਰਸੀ, ਮੇਜ਼, ਮੰਜੇ, ਇਸ ਤੋਂ ਇਲਾਵਾ ਗੱਡੇ ਆਦਿ ਸਭ ਬਣਦੇ ਕਿਸ ਤੋਂ ਨੇ? ਦਰਵਾਜ਼ੇ, ਇਹ ਸਭ ਲੱਕੜਾਂ ਤੋਂ ਬਣਦੇ ਨੇ। ਜੰਗਲਾਂ ਵਿਚਲੀਆਂ ਜੜੀਆਂ ਬੂਟੀਆਂ ਤੋਂ ਕਈ ਕਿਸਮਾਂ ਦੀਆਂ ਦਵਾਈਆਂ ਵੀ ਬਣਦੀਆਂ। ਇਸ ਤੋਂ ਇਲਾਵਾ ਕਈ ਬੱਚਿਓ ਕਾਰਖਾਨੇ ਵੀ ਜੰਗਲਾਂ ਦੇ ਉੱਤੇ ਨਿਰਭਰ ਨੇ, ਜਿਵੇਂ ਕਿ ਕਾਗਜ਼ ਦਾ ਕਾਰਖਾਨਾ, ਮਾਚਿਸ ਦੀਆਂ ਤੀਲੀਆਂ ਦਾ ਕਾਰਖਾਨਾ। ਇਹ ਜਿਹੜੇ ਨੇ ਇਹ ਕਾਰਖਾਨੇ ਮਨੁੱਖ ਨੂੰ ਰੋਜ਼ਗਾਰ ਵੀ ਦਿੰਦੇ ਹਨ। ਤੇ ਇਸ ਤੋਂ ਇਲਾਵਾ ਬੱਚਿਓ, ਜਦੋਂ ਵੀ ਮਨੁੱਖ ਨੂੰ ਆਪਣੀ ਵਰਤੋਂ ਦੇ ਲਈ ਜਦੋਂ ਵੀ ਮਨੁੱਖ ਨੇ ਜੰਗਲਾਂ ਨੂੰ ਅੰਨ੍ਹੇਵਾਹ ਕੱਟਿਆ ਹੈ ਤਾਂ ਮਨੁੱਖ ਨੂੰ ਹਮੇਸ਼ਾ ਹੀ ਇਸ ਦਾ ਨੁਕਸਾਨ ਸਹਿਣਾ ਪਿਆ ਹੈ। ਤੁਸੀਂ ਕੀ ਸਮਝਦੇ ਹੋ, ਜੇ ਜੰਗਲ ਅਸੀਂ ਜ਼ਿਆਦਾ ਲਗਾਉਂਦੇ ਗਏ, ਰੁੱਖਾਂ ਨੂੰ ਲਗਾਉਂਦੇ ਗਏ ਤਾਂ ਜ਼ਮੀਨ ਕੀ ਜੰਗਲ ਇੱਥੇ ਬਹੁਤ ਜ਼ਿਆਦਾ ਵੱਧ ਜਾਣਗੇ? ਨਹੀਂ। ਜਦ ਕੁਦਰਤ ਨੂੰ ਲੱਗਦਾ ਹੈ ਕਿ ਜੰਗਲ ਬਹੁਤ ਜ਼ਿਆਦਾ ਵੱਧ ਗਏ ਹਨ ਤਾਂ ਉਹ ਆਪ ਹੀ ਇਸ ਦਾ ਨਿਪਟਾਰਾ ਕਰ ਦਿੰਦੀ ਹੈ। ਕਿਸ ਤਰੀਕੇ ਦੇ ਨਾਲ? ਕਈ ਵਾਰ ਜੰਗਲਾਂ 'ਚ ਅੱਗ ਲੱਗ ਜਾਂਦੀ ਹੈ, ਕਈ ਵਾਰ ਝੱਖੜ ਆ ਜਾਂਦੇ ਨੇ, ਜਿਸ ਕਰਕੇ ਨਸ਼ਟ ਜੰਗਲ ਇਹ ਆਪਣੇ ਆਪ ਹੋ ਜਾਂਦੇ ਨੇ। ਕੁਦਰਤ ਆਪਣੇ ਆਪ ਆਪਣਾ ਬੈਲੈਂਸ ਬਣਾ ਲੈਂਦੀ ਹੈ। ਤੇ ਜਿਹੜੀ ਅੱਗ ਲੱਗਣ ਦੇ ਨਾਲ ਜੰਗਲ ਦੇ ਵਿੱਚ ਲੱਕੜ ਨੂੰ ਅੱਗ ਲੱਗ ਕੇ ਕੋਲਾ ਬਣਦਾ ਹੈ ਤੇ ਇਹ ਕੋਲਾ ਵੀ ਕਈ ਕੰਮ ਆਉਂਦਾ ਹੈ ਬੱਚਿਓ। ਸੋ ਇਸ ਲਈ ਬੱਚਿਓ ਧਿਆਨ ਦੇਣਾ ਹੈ ਕਿ ਜੰਗਲ ਜਿਹੜੇ ਹਨ ਉਹ ਸਾਡੇ ਲਈ ਬਹੁਤ ਉਪਯੋਗੀ ਨੇ ਤੇ ਸਾਡਾ ਕੀ ਫਰਜ਼ ਹੈ, ਅਸੀਂ ਇਹਨਾਂ ਜੰਗਲਾਂ ਨੂੰ ਸਾਂਭੀਏ ਤੇ ਇਹਨਾਂ ਵੱਲ ਧਿਆਨ ਦਈਏ। ਤਾਂ ਇਹ ਸੀ ਬੱਚਿਓ ਇਹਦਾ ਸਾਰ। ਤੇ ਹੁਣ ਆਪਾਂ ਇਸ ਦੇ ਪਾਠ ਅਭਿਆਸ ਨੂੰ ਆਰੰਭ ਕਰਦੇ ਹਾਂ। ਆਓ ਬੱਚਿਓ, ਹੁਣ ਅਸੀਂ ਇਸ ਦੇ ਪਾਠ ਅਭਿਆਸ ਨੂੰ ਆਰੰਭ ਕਰਦੇ ਹਾਂ। ਤੇ ਪਹਿਲੇ ਆਪਾਂ ਕਰਾਂਗੇ ਬਹੁ ਵਿਕਲਪੀ ਪ੍ਰਸ਼ਨ। ਠੀਕ ਉੱਤਰ ਅੱਗੇ ਟਿਕ ਦਾ ਨਿਸ਼ਾਨ ਲਗਾਓ। ਪਹਿਲਾ ਹੈ, ਕਿਸੇ ਦੇਸ਼ ਦੀ ਸਿਹਤ ਲਈ ਕੀ ਜ਼ਰੂਰੀ ਹੈ? ਊੜਾ ਭਾਗ ਧਨ ਦੌਲਤ, ਐੜਾ ਹੈ ਜੰਗਲ, ਈੜੀ ਭਾਗ ਹੈ ਜਨਸੰਖਿਆ। ਤਾਂ ਇਸ ਦਾ ਉੱਤਰ ਆਏਗਾ
जंगल किसी भी देश की सेहत ਲਈ ਕੀ ਜ਼ਰੂਰੀ ਨੇ? ਜੰਗਲ। ਦੂਜਾ ਪ੍ਰਸ਼ਨ, ਪਹਿਲਾਂ ਪਿੰਡਾਂ ਦੇ ਵਿੱਚ ਕੀ ਰਿਵਾਜ ਹੁੰਦਾ ਸੀ? ਪੂਰਾ ਆਪਸ਼ਨ ਹੈ ਇਹਦੀ ਰੁੱਖ ਲਾਉਣ ਦਾ, ਐੜਾ ਹੈ ਕੋਠੀਆਂ ਪਾਉਣ ਦਾ, ਈੜੀ ਹੈ ਕਾਰਾਂ ਖਰੀਦਣ ਦਾ। ਤਾਂ ਇਸ ਦਾ ਉੱਤਰ ਆਏਗਾ ਰੁੱਖ ਲਾਉਣ ਦਾ। ਤੀਜਾ ਪ੍ਰਸ਼ਨ, ਪਹਾੜੀਆਂ ਨੰਗੀਆਂ ਕਿਉਂ ਹੋ ਗਈਆਂ? ਊੜਾ ਆਪਸ਼ਨ ਹੈ ਹਨੇਰੀ ਨਾਲ, ਐੜਾ ਦਰਖਤ ਕੱਟਣ ਨਾਲ, ਈੜੀ ਹੈ ਆਪਣੇ ਆਪ। ਤਾਂ ਇਸ ਦਾ ਉੱਤਰ ਆਏਗਾ ਦਰਖਤ ਕੱਟਣ ਨਾਲ। ਚੌਥਾ ਪ੍ਰਸ਼ਨ, ਜੜੀਆਂ ਬੂਟੀਆਂ ਕਿੱਥੇ ਉਗਦੀਆਂ ਹਨ? ਜੰਗਲਾਂ ਵਿੱਚ, ਖੇਤਾਂ ਵਿੱਚ ਕਿ ਗਮਲਿਆਂ ਵਿੱਚ? ਤਾਂ ਇਸ ਦਾ ਉੱਤਰ ਹੋਏਗਾ ਜੰਗਲਾਂ ਵਿੱਚ। ਹੁਣ ਨੇ ਬੱਚਿਓ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਜੰਗਲ ਕਿਉਂ ਜ਼ਰੂਰੀ ਹਨ? ਤਾਂ ਇਸ ਦਾ ਉੱਤਰ ਹੈ ਕਿਸੇ ਦੇਸ਼ ਦੀ ਸਿਹਤ ਲਈ ਜੰਗਲ ਬਹੁਤ ਜ਼ਰੂਰੀ ਹਨ, ਕਿਉਂਕਿ ਇਹ ਦੇਸ਼ ਦੀ ਸਿਹਤ ਲਈ ਉਵੇਂ ਹੀ ਕੰਮ ਕਰਦੇ ਹਨ ਜਿਵੇਂ ਮਨੁੱਖੀ ਸਰੀਰ ਲਈ ਫੇਫੜੇ ਕੰਮ ਕਰਦੇ ਹਨ। ਦੂਜਾ ਪ੍ਰਸ਼ਨ, ਅੰਨ ਦੇ ਸੰਕਟ ਨਾਲ ਦਾ ਜੰਗਲਾਂ ਤੇ ਕੀ ਅਸਰ ਹੋਇਆ? ਉੱਤਰ, ਅੰਨ ਦੇ ਸੰਕਟ ਦਾ ਮੁਕਾਬਲਾ ਕਰਨ ਲਈ ਬਹੁਤ ਸਾਰੇ ਜੰਗਲਾਂ ਨੂੰ ਕੱਟ ਕੇ ਜ਼ਮੀਨ ਨੂੰ ਖੇਤੀ ਦੇ ਲਈ ਵਰਤ ਲਿਆ ਗਿਆ। ਤੀਜਾ ਪ੍ਰਸ਼ਨ, ਮਾਰੂਥਲਾਂ ਵਿੱਚ ਵਰਖਾ ਘੱਟ ਕਿਉਂ ਹੁੰਦੀ ਹੈ? ਉੱਤਰ, ਮਾਰੂਥਲਾਂ ਵਿੱਚ ਵਰਖਾ ਘੱਟ ਹੋਣ ਦਾ ਕਾਰਨ ਉੱਥੇ ਜੰਗਲਾਂ ਦਾ ਨਾ ਹੋਣਾ ਹੈ। ਚੌਥਾ ਪ੍ਰਸ਼ਨ, ਜੰਗਲਾਂ ਦੀ ਲੱਕੜੀ ਕਿਹੜੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੈ? ਉੱਤਰ, ਜੰਗਲਾਂ ਦੀ ਲੱਕੜ ਤੋਂ ਬਾਲਣ, ਇਮਾਰਤਾਂ ਅਤੇ ਘਰਾਂ ਦਾ ਸਮਾਨ ਜਿਵੇਂ ਮੰਜੇ, ਪੀੜ੍ਹੀਆਂ, ਕੁਰਸੀਆਂ, ਮੇਜ਼ ਤੋਂ ਇਲਾਵਾ ਕਿਸ਼ਤੀਆਂ, ਨਿੱਕੇ ਜਹਾਜ਼, ਗੱਡੇ, ਰੇੜੇ ਆਦਿ ਵੀ ਬਣਾਏ ਜਾਂਦੇ ਹਨ। ਪੰਜਵਾਂ ਪ੍ਰਸ਼ਨ, ਕਵੀਆਂ ਨੇ ਕਿਹੜੇ-ਕਿਹੜੇ ਰੁੱਖਾਂ ਦੇ ਗੁਣ ਗਾਏ ਹਨ? ਤਾਂ ਉੱਤਰ ਆਏਗਾ ਕਵੀਆਂ ਨੇ ਆਪਣੇ ਗੀਤਾਂ ਵਿੱਚ ਕਿੱਕਰਾਂ, ਬੇਰੀਆਂ, ਪਿਪਲਾਂ ਅਤੇ ਬੋੜਾਂ ਦੇ ਗੁਣ ਗਾਏ ਹਨ। ਤਾਂ ਇਹ ਸੀ ਬੱਚਿਓ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਤਾਂ ਹੁਣ ਤੀਜਾ ਪਾਠ ਹੈ ਅੱਗੇ ਸੰਖੇਪ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ ਵੱਡੇ ਜੰਗਲਾਂ ਨੂੰ ਦੇਖ ਕੇ ਲੋਕ ਕੀ ਸੋਚਦੇ ਹਨ? ਉੱਤਰ ਆਏਗਾ ਵੱਡੇ ਜੰਗਲਾਂ ਨੂੰ ਦੇਖ ਕੇ ਕੁਝ ਲੋਕ ਸੋਚਦੇ ਹਨ ਕਿ ਧਰਤੀ ਦੇ ਇੰਨੇ ਵੱਡੇ ਵੱਡੇ ਟੋਟੇ ਵਿਅਰਥ ਹਨ, ਜਦ ਕਿ ਇਹਨਾਂ ਦੀ ਥਾਂ ਵੱਡੇ ਸ਼ਹਿਰ ਵਸ ਸਕਦੇ ਹਨ। ਅਗਲਾ ਪ੍ਰਸ਼ਨ, ਵੱਡੇ ਵੱਡੇ ਸ਼ਹਿਰ ਬਣਾਉਣ ਨਾਲ ਮਨੁੱਖੀ ਸਿਹਤ ਤੇ ਕੀ ਅਸਰ ਹੋਇਆ ਹੈ? ਉੱਤਰ ਆਏਗਾ ਜਿਵੇਂ ਜਿਵੇਂ ਮਨੁੱਖ ਵੱਡੇ ਵੱਡੇ ਸ਼ਹਿਰਾਂ ਦਾ ਨਿਰਮਾਣ ਕਰਦਾ ਗਿਆ, ਉਹ ਆਪਣੇ ਆਪ ਨੂੰ ਲੋਹੇ, ਇੱਟਾਂ ਅਤੇ ਸੀਮਿੰਟ ਦੇ ਪਿੰਜਰਿਆਂ ਵਿੱਚ ਕੈਦ ਕਰਦਾ ਗਿਆ ਅਤੇ ਉਸ ਦੀ ਸਿਹਤ ਡਿੱਗਦੀ ਗਈ। ਤੀਜਾ ਪ੍ਰਸ਼ਨ, ਜੰਗਲੀ ਇਲਾਕਿਆਂ ਵਿੱਚ ਮੀਂਹ ਜ਼ਿਆਦਾ ਕਿਉਂ ਪੈਂਦਾ ਹੈ? ਤਾਂ ਇਸ ਦਾ ਉੱਤਰ ਆਏਗਾ ਪਾਣੀ ਨਾਲ ਭਰੇ ਹੋਏ ਬੱਦਲ ਜਦੋਂ ਜੰਗਲੀ ਇਲਾਕਿਆਂ ਤੋਂ ਦੇ ਉੱਪਰੋਂ ਦੀ ਲੰਘਦੇ ਹਨ ਤਾਂ ਉੱਥੋਂ ਦਾ ਵਾਯੂਮੰਡਲ ਠੰਡਾ ਹੋਣ ਕਾਰਨ ਇੱਕਦਮ ਨੀਵੇਂ ਹੋ ਕੇ ਵਰਖਾ ਕਰ ਦਿੰਦੇ ਹਨ। ਚੌਥਾ ਪ੍ਰਸ਼ਨ, ਤਬਾਹੀ ਤੋਂ ਬਚਣ ਦਾ ਕੀ ਤਰੀਕਾ ਹੈ? ਉੱਤਰ, ਤਬਾਹੀ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਕੁਦਰਤ ਦੇ ਵਿਰੁੱਧ ਨਾ ਚੱਲਿਆ ਜਾਵੇ ਅਤੇ ਪਹਾੜੀ ਜੰਗਲਾਂ ਨੂੰ ਕੱਟਣਾ ਬੰਦ ਕਰ ਦਿੱਤਾ ਜਾਵੇ। ਪੰਜਵਾਂ ਪ੍ਰਸ਼ਨ, ਜੰਗਲ ਕੁਦਰਤ ਦੇ ਬਣਾਏ ਹੋਏ ਹਸਪਤਾਲ ਹਨ, ਕਿਵੇਂ? ਉੱਤਰ ਆਏਗਾ ਜੰਗਲਾਂ ਵਿੱਚ ਕੁਦਰਤ ਨੇ ਲੱਖਾਂ ਪ੍ਰਕਾਰ ਦੀਆਂ ਜੜੀਆਂ ਬੂਟੀਆਂ ਉਗਾ ਰੱਖੀਆਂ ਹਨ। ਇਹਨਾਂ ਵਿੱਚੋਂ ਸਿਆਣੇ ਮਨੁੱਖ ਹਜ਼ਾਰਾਂ ਸਾਲਾਂ ਤੋਂ ਪੜਤਾਲਾਂ ਕਰ ਕਰਕੇ ਮਨੁੱਖ ਦੇ ਰੋਗਾਂ ਨੂੰ ਕੱਟਣ ਵਾਲੀਆਂ ਜੜੀਆਂ ਬੂਟੀਆਂ ਲਿਆਉਂਦੇ ਰਹਿੰਦੇ ਹਨ। ਇਸੇ ਲਈ ਜੰਗਲ ਕੁਦਰਤ ਦੇ ਬਣਾਏ ਹੋਏ ਹਸਪਤਾਲ ਹਨ।
ਅੱਗੇ ਹੈ ਬੱਚਿਓ ਵਾਕਾਂ ਵਿੱਚ ਵਰਤੋ। ਇਹ ਵਾਕ ਤੁਸੀਂ ਆਪਣੇ ਆਪ ਵੀ ਬਣਾ ਸਕਦੇ ਹੋ ਤੇ ਜਿਹੜੇ ਮੈਂ ਲਿਖੇ ਹੈ ਉਹ ਵੀ ਲਿਖ ਸਕਦੇ ਹੋ। ਪਹਿਲਾ ਹੈ ਕੁਦਰਤ। ਜੰਗਲ ਕੁਦਰਤ ਦੇ ਬਣਾਏ ਹੋਏ ਹਸਪਤਾਲ ਹਨ। ਦੂਜਾ ਹੈ ਖੁਸ਼ਹਾਲੀ। ਮਨੁੱਖ ਦੀ ਖੁਸ਼ਹਾਲੀ ਲਈ ਜੰਗਲ ਬਹੁਤ ਜ਼ਰੂਰੀ ਹਨ। ਤੀਜਾ ਹੈ ਇਸ ਦਾ ਵਾਕ ਤਜਰਬਾ। ਜੰਗਲਾਂ ਵਿੱਚੋਂ ਸਿਆਣੇ ਮਨੁੱਖ ਹਜ਼ਾਰਾਂ ਸਾਲਾਂ ਦੇ ਤਜਰਬੇ ਨਾਲ ਜੜੀਆਂ ਬੂਟੀਆਂ ਲਿਆਉਂਦੇ ਰਹੇ ਹਨ। ਅਗਲਾ ਹੈ ਰਿਵਾਜ ਦੇ ਵਾਕ ਬਣਾਉਣਾ ਹੈ ਬੱਚਿਓ। ਪਹਿਲਾਂ ਪਿੰਡਾਂ ਵਿੱਚ ਰੁੱਖ ਲਾਉਣ ਦਾ ਬਹੁਤ ਰਿਵਾਜ ਸੀ। ਅਗਲਾ ਵਾਕ ਹੈ ਮਹੱਤਤਾ ਉੱਤੇ। ਰੁੱਖਾਂ ਦੀ ਮਨੁੱਖ ਜੀਵਨ ਵਿੱਚ ਬਹੁਤ ਮਹੱਤਤਾ ਹੈ। ਅੱਗੇ ਹੈ ਬੱਚਿਓ ਖਾਲੀ ਥਾਵਾਂ ਭਰੋ। ਪਹਿਲਾ ਹੈ ਜੰਗਲ ਕੁਦਰਤ ਦੀ ਬਹੁਤ ਵੱਡੀ ਡੈਸ਼ ਹਨ, ਤਾਂ ਇਸ ਖਾਲੀ ਸਥਾਨ ਦੇ ਵਿੱਚ ਆਏਗਾ ਦਾਤ ਹਨ। ਦੂਜਾ ਹੈ ਮਾਰੂਥਲਾਂ ਉੱਤੇ ਬਹੁਤ ਘੱਟ ਡੈਸ਼ ਹੁੰਦੀ ਹੈ, ਇਸ ਖਾਲੀ ਸਥਾਨ ਦੇ ਵਿੱਚ ਆਏਗਾ ਵਰਖਾ ਹੁੰਦੀ ਹੈ। ਤੀਜਾ ਬਿਰਖਾਂ ਦੀਆਂ ਜੜ੍ਹਾਂ ਨਾਲ ਧਰਤੀ ਖਾਲੀ ਸਥਾਨ ਹੋ ਜਾਂਦੀ ਹੈ, ਖਾਲੀ ਥਾਂ 'ਚ ਲਿਖਾਂਗੇ ਪੋਲੀ ਹੋ ਜਾਂਦੀ ਹੈ। ਚੌਥਾ ਰੁੱਖਾਂ ਨੂੰ ਕੱਟਣਾ ਖਾਲੀ ਥਾਂ ਸਮਝਿਆ ਜਾਂਦਾ ਹੈ, ਖਾਲੀ ਥਾਂ 'ਚ ਆਏਗਾ ਪਾਪ। ਪੰਜਵਾਂ ਅੱਜ ਕੱਲ੍ਹ ਦੇ ਸਮੇਂ ਨੂੰ ਖਾਲੀ ਥਾਂ ਅਤੇ ਫਿਰ ਖਾਲੀ ਥਾਂ ਦਾ ਯੁੱਗ ਕਿਹਾ ਜਾਂਦਾ ਹੈ, ਤਾਂ ਉੱਤਰ ਆਏਗਾ ਅੱਜ ਕੱਲ੍ਹ ਦੇ ਸਮੇਂ ਨੂੰ ਲੋਹੇ ਅਤੇ ਕੋਲੇ ਦਾ ਯੁੱਗ ਕਿਹਾ ਜਾਂਦਾ ਹੈ। ਹੁਣ ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਤੇ ਅੰਗਰੇਜ਼ੀ ਵਿੱਚ ਲਿਖੋ। ਬੱਚਿਓ ਪੰਜਾਬੀ ਵਿੱਚ ਕੁਝ ਸ਼ਬਦ ਦਿੱਤੇ ਗਏ ਨੇ, ਉਹਨਾਂ ਨੂੰ ਆਪਾਂ ਨੇ ਹਿੰਦੀ ਤੇ ਅੰਗਰੇਜ਼ੀ ਵਿੱਚ ਲਿਖਣਾ ਹੈ। ਪਹਿਲਾ ਹੈ ਬਿਰਖ। ਬਿਰਖ ਨੂੰ ਆਪਾਂ ਲਿਖਦੇ ਹਾਂ ਹਿੰਦੀ ਵਿੱਚ ਵ੍ਰਿਕਸ਼ ਤੇ ਅੰਗਰੇਜ਼ੀ ਵਿੱਚ ਇਸੇ ਨੂੰ ਕਹਿੰਦੇ ਹਾਂ ਟਰੀ, TREE ਟਰੀ। ਦੂਜਾ ਹੈ ਕਵੀ। ਹਿੰਦੀ ਵਿੱਚ ਵੀ ਕਵੀ ਕਹਾਂਗੇ, ਅੰਗਰੇਜ਼ੀ 'ਚ ਕਹਾਂਗੇ ਪੋਇਟ, POET ਪੋਇਟ। ਅੱਗੇ ਤੀਜਾ ਕੁਦਰਤ। ਹਿੰਦੀ ਵਿੱਚ ਪ੍ਰਕਿਰਤੀ ਔਰ ਅੰਗਰੇਜ਼ੀ 'ਚ ਕਹਿੰਦੇ ਹਾਂ ਨੇਚਰ, NATURE। ਚੌਥਾ ਹੈ ਤਬਦੀਲੀ। ਹਿੰਦੀ ਵਿੱਚ ਕਹਾਂਗੇ ਬਦਲਾਵ ਔਰ ਅੰਗਰੇਜ਼ੀ 'ਚ ਕਹਿੰਦੇ ਆ ਇਸੇ ਨੂੰ ਚੇਂਜ, CHANGE। ਅਗਲਾ ਪੰਜਾਬੀ ਦਾ ਸ਼ਬਦ ਹੈ ਖੇਤੀਬਾੜੀ। ਹਿੰਦੀ 'ਚ ਕਹਿੰਦੇ ਆ ਇਸੇ ਨੂੰ ਆਪਾਂ ਕ੍ਰਿਸ਼ੀ ਔਰ ਅੰਗਰੇਜ਼ੀ 'ਚ ਕਹਾਂਗੇ ਐਗਰੀਕਲਚਰ, AGRICULTURE ਐਗਰੀਕਲਚਰ। ਬੱਚਿਓ ਸੱਤਵਾਂ ਪ੍ਰਸ਼ਨ ਹੇਠ ਲਿਖੇ ਸ਼ਬਦਾਂ ਨੂੰ ਸ਼ੁੱਧ ਕਰਕੇ ਲਿਖੋ। ਬੱਚੇ ਇਹ ਜਿਹੜੇ ਸ਼ਬਦ ਲਿਖੇ ਹੋਏ ਨੇ ਉਹ ਅਸ਼ੁੱਧ ਸ਼ਬਦ ਨੇ ਤੇ ਤੁਸੀਂ ਇਹਨਾਂ ਨੂੰ ਸ਼ੁੱਧ ਕਰਕੇ ਲਿਖਣਾ ਹੈ। ਹੁਣ ਪਹਿਲਾ ਸ਼ਬਦ ਦੇਖੋ ਸਿਹਤ। ਸਿਹਤ ਲਾਂ ਦੇ ਨਾਲ ਨਹੀਂ ਹੁੰਦਾ ਬਲਕਿ ਇਹਦੇ ਨਾਲ ਸਿਹਾਰੀ ਲੱਗਦੀ ਹੈ, ਸੱਸੇ ਦੇ ਸਿਹਾਰੀ ਪਾਣੀ ਹੈ ਆਪਾਂ ਨੇ ਸਿਹਤ। ਅੱਗੇ ਦੇਖੋ ਸ਼ਹਿਰ। ਹੁਣ ਇੱਥੇ ਵੀ ਲਾਂ ਲਾਈ ਹੋਈ ਹੈ ਸ਼ੀਸ਼ੇ ਦੇ ਉੱਤੇ, ਜਦ ਕਿ ਸ਼ੁੱਧ ਜਿਹੜਾ ਸ਼ਬਦ ਹੈ ਹਾਹੇ ਨੂੰ ਸਿਹਾਰੀ ਪਾ ਕੇ ਹੈ ਸ਼ਹਿਰ। ਅੱਗੇ ਦੇਖੋ ਵਾਯੂਮੰਡਲ। ਵਾਯੂਮੰਡਲ ਨਹੀਂ ਹੁੰਦਾ ਬੱਚਿਓ, ਵਾਯੂਮੰਡਲ। ਅੱਗੇ ਹੈ ਚੌਥਾ ਲਾਭ। ਲਾਭ ਬੱਬੇ ਨਾਲ ਨਹੀਂ ਹੁੰਦਾ, ਲਾਭ ਭੱਬਾ ਸ਼ਬਦ ਹੋਏਗਾ। ਅਗਲਾ ਪੰਜਵਾਂ ਜੁਗ। ਜੁਗ ਨਹੀਂ ਹੁੰਦਾ ਬੱਚਿਓ, ਯੁੱਗ ਹੁੰਦਾ ਯੇ ਨਾਲ। ਓਕੇ, ਤਾਂ ਹੁਣ ਇਹ ਸੀ ਤੁਹਾਡਾ ਪਾਠ ਅਭਿਆਸ। ਬੱਚਿਓ ਆਪਾਂ ਪਾਠ ਅਭਿਆਸ ਨੂੰ ਹੱਲ ਕੀਤਾ। ਮੈਨੂੰ ਉਮੀਦ ਹੈ ਤੁਹਾਨੂੰ ਇਹ ਪਾਠ ਅਭਿਆਸ ਸਮਝ ਆ ਗਏ ਹੋਣਗੇ। ਹੁਣ ਤੁਸੀਂ ਇਸ ਪਾਠ ਅਭਿਆਸ ਨੂੰ ਆਪਣੀ ਆਪਣੀ ਕਾਪੀਆਂ ਦੇ ਉੱਤੇ ਹੱਲ ਕਰੋ ਤੇ ਆਪਣੇ ਆਪਣੇ ਅਧਿਆਪਕਾਂ ਤੋਂ ਆਪਣੀ ਕਾਪੀਆਂ ਨੂੰ ਚੈੱਕ ਕਰਵਾਓ। ਧੰਨਵਾਦ ਪਿਆਰੇ ਬੱਚਿਓ।